हाँ जी विद्यार्थियों, सारिਆਂ ਨੂੰ ਸਤਿ ਸ੍ਰੀ ਅਕਾਲ। ਆਪਣੇ ਕੌਸ਼ਲਾਂ ਦੀ ਗੱਲ ਕਰ ਰਹੇ ਸੀ ਆਪਾਂ, ਜਿਹਦੇ ਵਿੱਚੋਂ ਆਪਾਂ 3 ਕੌਸ਼ਲ ਪੜ੍ਹ ਲਏ ਸੀ। ਸੁਣਨ ਕੌਸ਼ਲ, ਬੋਲਣ ਕੌਸ਼ਲ, ਪੜ੍ਹਨ ਕੌਸ਼ਲ ਤੇ ਇੱਕ ਆਪਾਂ ਪੜ੍ਹ ਰਹੇ ਸੀ ਲਿਖਣ ਕੌਸ਼ਲ। ਹਾਂ, ਲਿਖਣ ਕੌਸ਼ਲ ਦੇ ਵਿੱਚ ਆਪਾਂ ਲਿਖਣ ਕੌਸ਼ਲ ਦੀਆਂ ਜਿਹੜੀਆਂ ਉਹ 4 ਅਵਸਥਾਵਾਂ ਦੀ ਗੱਲ ਕੀਤੀ ਸੀ। ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਲਿਖਣ ਕੌਸ਼ਲ ਸਿੱਖਿਆ ਦੀਆਂ ਵਿਧੀਆਂ ਦੀ ਗੱਲ ਕਰਦੇ ਹਾਂ। ਵਿਧੀਆਂ ਦੀ ਰੱਖਣੀਆਂ ਤੁਸੀਂ ਗੱਲ ਧਿਆਨ ਦੇ ਵਿੱਚ। ਇੱਕ ਪ੍ਰਸ਼ਨ ਆਇਆ ਸੀਗਾ ਵੀ ਕਿਹੜੀ ਵਿਧੀ ਹੈ ਜਿਹੜੀ ਉਹ ਲਿਖਣ ਤੇ ਬੋਲਣ, ਲਿਖਣ ਤੇ ਪੜ੍ਹਨ ਦੋਨਾਂ ਕੌਸ਼ਲਾਂ ਵਾਸਤੇ ਵਰਤੀਆਂ ਜਾਂਦੀਆਂ ਵਿਧੀਆਂ। ਸ਼ਾਇਦ ਇਸ ਤਰ੍ਹਾਂ ਕਰਕੇ ਕੁਛ ਪਤਾ ਨਹੀਂ ਤਾਂ ਵਿਧੀ ਦਾ ਨਾਮ ਦਿੱਤਾ ਸੀਗਾ, ਸ਼ਾਇਦ ਐਵੇਂ ਦਾ ਕੁਛ ਪ੍ਰਸ਼ਨ ਸੀ ਆ ਰੀਟ ਵਾਲੇ ਪੇਪਰ ਦੇ ਵਿੱਚ 2021 ਵਾਲੇ 'ਚ। ਦੇਖ ਲਿਓ ਮਾੜਾ ਜਿਹਾ ਪੇਪਰ ਦੇ ਵਿੱਚ, ਉਵੇਂ ਦੇ ਨਾਲ ਮਿਲਦੀਆਂ ਜੁਲਦੀਆਂ ਵਿਧੀਆਂ ਜਿਹੜੀਆਂ ਵਿਧੀਆਂ ਬੋਲਣ ਕੌਸ਼ਲ ਦੇ ਵਿੱਚ ਵੀ ਕੰਮ ਆਉਂਦੀਆਂ ਅਤੇ ਲਿਖਣ ਕੌਸ਼ਲ ਦੇ ਵਿੱਚ ਵੀ ਕੰਮ ਆਉਂਦੀਆਂ, ਕਾਮਨ ਦੋਨਾਂ ਵਾਸਤੇ। ਉਹਨਾਂ ਵਿਧੀਆਂ ਦਾ ਖਾਸ ਧਿਆਨ ਰੱਖਿਓ, ਦੁਬਾਰੇ ਪ੍ਰਸ਼ਨ ਫਿਰ ਐਵੇਂ ਦਾ ਬਣ ਸਕਦਾ। ਵਰਨਮਾਲਾ ਵਿਧੀ ਸਭ ਤੋਂ ਪਹਿਲਾਂ, ਹਾਂ ਬਿਲਕੁਲ ਕਾਮਨ ਜੀ ਗੱਲ ਹੈ। ਵਰਨਮਾਲਾ ਵਿਧੀ ਹੈ ਜਿਹੜੀ ਆਪਾਂ ਨੂੰ ਪਤਾ ਵੀ ਇਹ ਲਿਖਣ ਕੌਸ਼ਲ ਵਾਸਤੇ ਵਰਤੀ ਜਾਂਦੀ ਹੈ। ਹਾਂਜੀ, ਸਕੂਲਾਂ ਵਿੱਚ ਇਸੇ ਵਿਧੀ ਦੀ ਵਰਤੋਂ ਹੁੰਦੀ ਹੈ। ਇੱਕ ਪਹਿਲਾ ਪ੍ਰਸ਼ਨ ਇਹ ਬਣ ਰਿਹਾ ਵੀ ਸਕੂਲਾਂ ਦੇ ਵਿੱਚ ਲਿਖਣ ਕੌਸ਼ਲ ਵਾਸਤੇ ਕਿਹੜੀ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ? ਇਸੇ ਦੀ ਕੀਤੀ ਜਾਂਦੀ ਹੈ, ਵਰਨਮਾਲਾ ਵਿਧੀ ਦੀ। ਹਾਂਜੀ, ਗੁਰਮੁਖੀ ਦਾ ਹਰ ਅੱਖਰ ਲਿਖਣਾ ਸਿਖਾਇਆ ਜਾਂਦਾ ਹੈ। ਅੱਖਰਾਂ ਨਾਲ ਲਗਾ ਮਾਤਰਾ ਲਗਾ ਕੇ ਸ਼ਬਦ ਬਣਾਏ ਜਾਂਦੇ ਹਨ। ਅੱਖਰਾਂ ਤੋਂ ਅੱਗੇ ਲਗਾ ਮਾਤਰਾ ਦੀ ਸਹਾਇਤਾ ਦੇ ਨਾਲ ਸ਼ਬਦ ਬਣਾਉਣੇ ਸਿਖਾ ਦਿੱਤੇ ਜਾਂਦੇ ਹਨ ਲਿਖਣ ਕੌਸ਼ਲ ਦੇ ਵਿੱਚ। ਹਾਂ, ਪਹਿਲਾਂ ਸੌਖੇ ਬਾਅਦ ਵਿੱਚ ਔਖੇ ਸ਼ਬਦ ਬਣਾਏ ਜਾਂਦੇ ਹਨ। ਇਹਦਾ ਮਤਲਬ ਕੀ ਹੈ? ਸੌਖ ਤੋਂ ਔਖ ਵੱਲ, ਵਰਨਮਾਲਾ ਵਿਧੀ ਵਿੱਚ ਸੌਖ ਤੋਂ ਔਖ ਵੱਲ ਜਾਂਦਿਆਂ ਹੋਇਆਂ ਜਾਂ ਸੌਖ ਤੋਂ ਔਖ ਨਿਯਮ ਦੀ ਪਾਲਣਾ ਕਰਦਿਆਂ ਹੋਇਆਂ, ਸੌਖ ਤੋਂ ਔਖ ਸੂਤਰ ਦੀ ਪਾਲਣਾ ਕਰਦਿਆਂ ਹੋਇਆਂ ਸ਼ਬਦ ਲਿਖਣੇ ਸਿਖਾਏ ਜਾਂਦੇ ਹਨ। ਹਾਂ, ਇਹ ਇੱਕ ਵਿਗਿਆਨਿਕ ਵਿਧੀ ਹੈ, ਬਿਲਕੁਲ ਸਹੀ ਹੈ। ਅੱਖਰਾਂ ਦੀ ਪਛਾਣ, ਲਿਖਣਾ, ਮਾਤਰਾ ਦਾ ਕ੍ਰਮਾਨੁਸਾਰ ਵਰਤੋਂ, ਇਹ ਜਿਹੜੀਆਂ ਚੀਜ਼ਾਂ ਇਹ ਮਨੋਵਿਗਿਆਨਿਕ ਵਿਧੀ ਦੇ ਵਿੱਚ ਆਉਂਦੀਆਂ। ਇਹ ਮਨੋਵਿਗਿਆਨਿਕ ਵਿਧੀ ਹੈ ਇੱਕ ਤਰ੍ਹਾਂ ਦੀ। ਬੱਚੇ ਨੂੰ ਸਭ ਤੋਂ ਪਹਿਲਾਂ ਅੱਖਰਾਂ ਦੀ ਪਹਿਚਾਣ ਹੀ ਕਰਾਉਣੀ ਚਾਹੀਦੀ ਹੈ ਅਤੇ ਇਹ ਵਰਨਮਾਲਾ ਵਿਧੀ ਦੇ ਵਿੱਚ ਸਭ ਤੋਂ ਪਹਿਲਾਂ ਪਹਿਚਾਣ, ਉਸ ਤੋਂ ਬਾਅਦ ਹਰ ਇੱਕ ਅੱਖਰ ਲਿਖਣਾ, ਫਿਰ ਲਗਾ ਮਾਤਰਾ, ਫਿਰ ਸ਼ਬਦ, ਇਸ ਤਰ੍ਹਾਂ ਹੀ ਸਿਖਾਇਆ ਜਾਂਦਾ। ਇਸ ਤਰ੍ਹਾਂ ਤਾਂ ਹੋ ਨਹੀਂ ਸਕਦਾ ਵੀ ਬੱਚੇ ਨੂੰ ਆਪਾਂ ਸਿੱਧਾ ਸ਼ਬਦ ਸਿਖਾ ਦਈਏ ਫਿਰ ਲਗਾ ਮਾਤਰਾ ਫਿਰ ਅੱਖਰ ਸਿਖਾਈਏ, ਇਵੇਂ ਨਹੀਂ ਹੋ ਸਕਦਾ। ਇਹ ਅਣਮਨੋਵਿਗਿਆਨਿਕ ਵਿਧੀ ਹੋ ਜੂਗੀ, ਇਸ ਕਰਕੇ ਇਹ ਵਿਧੀ ਮਨੋਵਿਗਿਆਨਿਕ ਹੈ। ਇਹ ਚੀਜ਼ਾਂ ਅੱਖਰਾਂ ਦੀ ਪਛਾਣ, ਲਿਖਣਾ, ਮਾਤਰਾ ਦਾ ਕ੍ਰਮਾਨੁਸਾਰ ਵਰਤੋਂ ਕਰਨੀ। ਮਾਤਰਾ ਦੇ ਵੀ ਇੱਕ ਤੁਹਾਨੂੰ ਦੱਸਿਆ ਸੀ ਕ੍ਰਮ ਹੁੰਦਾ ਹੈ ਨਾ। ਸਭ ਤੋਂ ਪਹਿਲਾਂ ਸਾਡੀ ਮਾਤਰਾ ਮੁਕਤਾ, ਜਿਹਦਾ ਕੋਈ ਚਿੰਨ੍ਹ ਨਹੀਂ ਹੁੰਦਾ, ਚਿੰਨ੍ਹ ਰਹਿਤ। ਮੈਂ ਤੁਹਾਨੂੰ ਵਾਰੀ ਗੱਲ ਦੱਸਦਾ ਰਹਿੰਦਾ ਕਿਉਂਕਿ ਬਹੁਤ ਸਾਰੇ ਟੀਚਰ ਵੀ ਇਹੋ ਜਿਹੇ ਜਿਹੜੇ ਇਸ ਦੁਵਿਧਾ ਦੇ ਵਿੱਚ ਵਿਚਾਰੇ ਫਸੇ ਹੁੰਦੇ ਆ ਵੀ 9 ਅਤੇ 10 ਦੀ ਗਿਣਤੀ ਕੀ ਚੀਜ਼ ਹੈ। ਬਸ ਸਿੱਧੀ ਜੀ ਗੱਲ ਹੈ, ਲਗਾ ਮਾਤਰਾਵਾਂ 10 ਹੈ। ਲਗਾ ਮਾਤਰਾ ਕਿੰਨੀਆਂ ਬੇਟਾ ਜੀ? 10 ਹੈ ਅਤੇ ਪਰ ਚਿੰਨ੍ਹ ਹੈ ਜਿਹੜੇ ਉਹ 9 ਹਨ। ਕਿਉਂਕਿ ਮੁਕਤੇ ਦਾ ਕੋਈ ਚਿੰਨ੍ਹ ਨਹੀਂ ਹੁੰਦਾ, ਮੁਕਤਾ ਚਿੰਨ੍ਹ ਰਹਿਤ ਹੁੰਦਾ ਹੈ, ਕ੍ਰਮ ਵਾਈਜ਼ ਹੁੰਦਾ ਹੈ। ਮੁਕਤਾ, ਸਿਹਾਰੀ, ਸਭ ਤੋਂ ਪਹਿਲਾਂ ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਕ੍ਰਮ ਅਨੁਸਾਰ ਮੈਂ ਕਹਿ ਰਿਹਾ ਤੁਹਾਨੂੰ। ਇੱਥੇ ਲਿਖਿਆ ਸੀਗਾ, ਮੈਂ ਕਿਹਾ ਚਲੋ ਸ਼ਬਦ ਤੁਹਾਨੂੰ ਦੱਸ ਹੀ ਦੇਵਾਂ। ਕ੍ਰਮਾਨੁਸਾਰ ਪ੍ਰਯੋਗ ਕਰਨਾ। ਕ੍ਰਮਾਨੁਸਾਰ ਦੇ ਵਿੱਚ ਸਭ ਤੋਂ ਪਹਿਲੀ ਮਾਤਰਾ ਹੁੰਦੀ ਹੈ ਮੁਕਤਾ, ਫਿਰ ਕੰਨਾ, ਫਿਰ ਸਿਹਾਰੀ, ਫਿਰ ਬਿਹਾਰੀ, ਫਿਰ ਔਂਕੜ, ਫਿਰ ਦੁਲੈਂਕੜ, ਫਿਰ ਲਾਂ, ਫਿਰ ਦੁਲਾਂ, ਫਿਰ ਹੋੜਾ, ਫਿਰ ਕਨੌੜਾ, ਅਤੇ ਉਸ ਤੋਂ ਬਾਅਦ ਜਿਹੜੇ ਬਿੰਦੀ, ਟਿੱਪੀ ਅਤੇ ਅਧਕ ਆ ਜਾਂਦੇ ਆ। ਬਸ ਇਹਨਾਂ ਦੀ ਵਰਤੋਂ ਆਪਾਂ ਜੇ ਸਿੱਖ ਗਏ ਹਾਂ ਵਧੀਆ ਢੰਗ ਦੇ ਨਾਲ ਅਤੇ ਸਮਝੋ ਆਪਾਂ ਨੂੰ ਪੰਜਾਬੀ ਵਧੀਆ ਆਉਂਦੀ ਹੈ। ਇਹ 'ਚ ਕੋਈ ਦੋ ਰਾਏ ਨਹੀਂ, ਤੁਹਾਨੂੰ ਇਸ ਗੱਲ ਦਾ ਪਤਾ ਹੈ। ਹਾਂਜੀ, ਅੱਖਰ ਜੁੱਟ ਜਾਂ ਅੱਖਰ ਸਮੂਹ ਵਿਧੀ ਦੂਸਰੀ ਵਿਧੀ। ਇੱਕ ਹੋ ਗਈ ਵਰਨਮਾਲਾ ਵਿਧੀ, ਹੋ ਗਈ ਗੱਲ ਕਲੀਅਰ। ਦੂਸਰੀ ਵਿਧੀ ਅੱਖਰ ਜੁੱਟ ਜਾਂ ਅੱਖਰ ਸਮੂਹ ਵਿਧੀ। ਅੱਖਰ ਜੁੱਟ ਦਾ ਸ਼ਾਬਦਿਕ ਅਰਥ ਸਮੂਹ ਹੀ ਹੁੰਦਾ। ਹਾਂਜੀ, ਅੱਖਰ ਜੁੱਟ ਜਾਂ ਅੱਖਰ ਸਮੂਹ ਵਿਧੀ ਪੰਜਾਬੀ ਵਰਨਮਾਲਾ ਦੇ ਅੱਖਰਾਂ ਦੀ ਬਨਾਵਟ ਜਾਂ ਬਣਤਰ ਨੂੰ ਮੁੱਖ ਰੱਖ ਕੇ ਇਸ ਦੇ ਜੁੱਟ ਜਾਂ ਸਮੂਹ ਬਣਾਏ ਜਾਂਦੇ ਹਨ। ਕਿਉਂਕਿ ਤੁਹਾਨੂੰ ਪਤਾ ਵੀ ਬਹੁਤ ਸਾਰੇ ਆਪਣੀ ਪੰਜਾਬੀ ਦੀ ਵਰਨਮਾਲਾ ਦੇ, ਗੁਰਮੁਖੀ ਵਰਨਮਾਲਾ ਦੇ ਬਹੁਤ ਸਾਰੇ ਅੱਖਰ ਇੱਕ ਦੂਸਰੇ ਨਾਲ ਲਗਭਗ ਮੇਲ ਖਾਂਦੇ ਆ, ਵੀ ਇੱਕ ਦੂਸਰੇ ਦੇ ਨੇੜੇ ਆ ਬਨਾਵਟ ਦੇ ਵਿੱਚ। ਤਾਂ ਉਸ ਸਥਿਤੀ ਦੇ ਵਿੱਚ ਕੀ ਹੈ, ਉਹ ਇੱਕੋ ਜਿਹੀਆਂ ਸ਼ਕਲਾਂ ਵਾਲੇ, ਮਿਲਦੀ ਜੁਲਦੀ ਸ਼ਕਲ ਵਾਲੇ, ਮਿਲਦੀ ਜੁਲਦੀ ਬਨਾਵਟ ਵਾਲੇ, ਮਿਲਦੀ ਜੁਲਦੀ ਬਣਤਰ ਵਾਲੇ, ਬਣਤਰ ਬਨਾਵਟ ਇੱਕੋ ਹੀ ਗੱਲ ਹੈ।
ਉਹਨਾਂ ਅੱਖਰਾਂ ਦਾ ਸਮੂਹ ਬਣਾਇਆ ਜਾਂਦਾ ਹੈ, ਜੁੱਟ ਬਣਾਇਆ ਜਾਂਦਾ ਹੈ। ਇਸ ਕਰਕੇ ਇਸ ਵਿਧੀ ਨੂੰ ਕਿਹਾ ਜਾਂਦਾ ਹੈ ਅੱਖਰ ਜੁੱਟ ਜਾਂ ਅੱਖਰ ਸਮੂਹ ਵਿਧੀ। ਹਾਂਜੀ, ਅਗਲੀ ਗੱਲ ਸੁਣੋ। ਜਿਵੇਂ ਆਹ ਦੇਖੋ ਮੈਂ ਲਿਖੇ ਹੋਏ ਅੱਖਰ ਹਾਹਾ ਤੇ ਰਾਰਾ ਦੋਨੋਂ ਇੱਕ ਦੂਜੇ ਦੇ ਨੇੜੇ ਆ ਬਣਤਰ ਦੇ ਵਿੱਚ। ਹਾਹਾ ਅਗਰ ਤਾਂ ਆਪਾਂ ਜਿਹੜਾ ਇਸ ਸਥਿਤੀ ਦੇ ਵਿੱਚ ਅੱਖਰ ਬਣਾਇਆ ਇਹ ਸਾਡਾ ਹਾਹਾ, ਅਗਰ ਆਪਾਂ ਇਸ ਨੂੰ ਇਸ ਤਰ੍ਹਾਂ ਜੋੜਤਾ ਇਹ ਸਾਡਾ ਰਾਰਾ। ਬਣਤਰ ਦੇ ਵਿੱਚ ਲਗਭਗ ਇੱਕ ਦੂਸਰੇ ਦੇ ਨੇੜੇ ਨੇੜੇ ਆ। ਹੋਰ ਦੇਖੋ ਇਸ ਤਰ੍ਹਾਂ ਦੇ, ਅਗਰ ਦੇਖ ਲਓ ਤੁਸੀਂ ਖੱਖਾ, ਅਗਰ ਉੱਪਰੋਂ ਇਸ ਦਾ ਮੂੰਹ ਖਾਲੀ ਰੱਖਿਆ ਤਾਂ ਖੱਖਾ, ਉੱਪਰ ਕੋਈ ਅਗਰ ਇਸੇ ਦੇ ਉੱਪਰ ਹੀ ਆਪਾਂ ਐਵੇਂ ਮਾਤਰਾ ਲਗਾ ਉੱਪਰ ਐਵੇਂ ਡੰਡੀ ਖਿੱਚਤੀ ਤਾਂ ਥੱਥਾ। ਆ ਖੱਖਾ ਹੋ ਗਿਆ, ਆ ਥੱਥਾ ਹੋ ਗਿਆ। ਐਵੇਂ ਕਰਕੇ ਹੀ ਹੈ। ਇੱਕ ਅੱਖਰ ਹੋਰ ਆ ਪੱਪਾ, ਅਗਰ ਇਸ ਦੇ ਉੱਪਰ ਆਪਾਂ ਐਵੇਂ ਲਗਾ ਦਿੱਤੀ ਡੰਡੀ ਤਾਂ ਧੱਦਾ। ਆ ਪੱਪਾ, ਆ ਧੱਦਾ। ਇਹਨਾਂ ਨੂੰ ਕਿਹਾ ਜਾਂਦਾ ਹੈ ਅੱਖਰ ਜੁੱਟ ਜਾਂ ਅੱਖਰ ਸਮੂਹ ਵਿਧੀ। ਹੁਣ ਦੇਖੋ ਜੀ, ਇਹ ਵਿਧੀ ਹੈਗੀ ਹੈ ਜੀ ਮਨੋਵਿਗਿਆਨਿਕ। ਇਹ ਵਿਧੀ ਮਨੋਵਿਗਿਆਨਿਕ ਨਹੀਂ, ਇਹ ਵਿਧੀ ਮਨੋਵਿਗਿਆਨਿਕ ਨਹੀਂ ਹੈ, ਅਣ ਮਨੋਵਿਗਿਆਨਿਕ ਹੈ। ਕਹਿਣ ਦਾ ਮਤਲਬ ਕਾਰਨ ਕੀ ਹੈ? ਕਿਉਂਕਿ ਇੱਕ ਤਾਂ ਸਾਰੇ ਅੱਖਰਾਂ ਦੇ ਜੁੱਟ ਬਣ ਨਹੀਂ ਸਕਦੇ, ਇੱਕ ਤਾਂ ਇਹ ਹੈ। ਦੂਸਰਾ ਕਾਰਨ ਦੇਖ ਲਓ ਕੀ ਹੈ, ਬੱਚਾ ਅੱਖਰ ਤਾਂ ਸਿੱਖ ਜੂਗਾ ਪਰ ਉਹ ਕ੍ਰਮਾਂ ਅਨੁਸਾਰ ਨਹੀਂ ਸਿੱਖੂਗਾ, ਉਹ ਅਲਫਾਬੈਟਿਕ ਦੇ ਹਿਸਾਬ ਨਾਲ ਨਹੀਂ ਸਿੱਖੂਗਾ। ਉਹ ਉਸ ਦੇ ਲੈਟਰ ਸਿੱਖ ਜੂਗਾ, ਅੱਖਰ ਸਿੱਖ ਜੂਗਾ, ਪਰ ਉਸ ਨੂੰ ਅਲਫਾਬੈਟਿਕ ਜਿਹਨੂੰ ਵਰਣਮਾਲਾ ਆਪਾਂ ਕਹਿ ਦਿੰਦੇ ਹਾਂ ਉਹ ਨਹੀਂ ਸਿੱਖ ਸਕੂਗਾ। ਮਤਲਬ ਕੀ ਆ ਵੀ ਬੱਚਾ ਸਿੱਖ ਹੀ ਨਹੀਂ ਸਕਦਾ, ਗੱਲ ਹੀ ਖਤਮ। ਹਾਂ, ਇਸ ਚੀਜ਼ ਦਾ ਇੰਨਾ ਹੈਗਾ ਵੀ ਇੱਥੇ ਆਪਾਂ ਮੰਨ ਲਓ ਲਿਖ ਲਏ ਤਾਂ ਮੈਂ ਵੀ ਹੁਣ ਜਿਵੇਂ ਸਕੂਲ ਦੇ ਵਿੱਚ ਪੜ੍ਹਾਉਂਦੇ ਆ ਅਤੇ ਆਹ ਗਲਤੀਆਂ ਅਕਸਰ ਮੈਂ ਬੱਚਿਆਂ ਦੀਆਂ ਵੇਖਦਾ। ਬੜੀ ਵਾਰੀ ਉਹਨਾਂ ਨੂੰ ਸਮਝਾਈਦਾ, ਦੱਸਣ ਦੇ ਬੜੇ ਬੜੇ ਤਰੀਕੇ ਵਰਤੀਦੇ ਆ। ਆਹ ਵੀ ਚੀਜ਼ਾਂ ਆਹ ਵੀ ਵਰਤੀ ਦੀਆਂ ਵੀ ਹੌਲੀ ਹੌਲੀ ਬਹੁਤ ਸਾਰੇ ਵਿਦਿਆਰਥੀਆਂ ਦਾ ਸੁਧਾਰ ਵੀ ਹੋ ਜਾਂਦਾ ਹੈ। ਕਿਉਂਕਿ ਵਿਦਿਆਰਥੀ ਜਲਦਬਾਜ਼ੀ 'ਚ ਲਿਖਦੇ ਹੋਏ ਪੈ ਲਿਖਣਾ ਹੁੰਦਾ, ਉਹਦੇ ਉੱਪਰ ਖਿੱਚ ਦਿੰਦੇ ਆ ਲਾਈਨ ਅਤੇ ਉਹ ਤੈ ਬਣ ਜਾਂਦਾ, ਧੱਦਾ ਬਣ ਜਾਂਦਾ। ਇਸ ਕਰਕੇ ਕੀ ਹੈ ਵੀ ਹੁਣ ਮੰਨ ਲਓ ਤੁਸੀਂ ਤਾਂ ਕੰਪੀਟੀਟਰ ਹੋ, ਤੁਸੀਂ ਤਾਂ ਕੰਪੀਟੀਸ਼ਨ ਐਗਜ਼ਾਮ ਦੇਣਾ, ਉਹਦੇ ਵਿੱਚ ਕੀ ਹੈ ਵੀ ਤੁਸੀਂ ਤਾਂ ਗੋਲੇ ਕਾਲੇ ਕਰਨੇ ਆ, ਤੁਹਾਨੂੰ ਤਾਂ ਲਿਖਣ ਦਾ ਕੋਈ ਮਤਲਬ ਨਹੀਂ ਗਾ। ਪਰ ਹੁਣ ਜਿਹੜੇ ਵਿਦਿਆਰਥੀ ਮੰਨ ਲਓ ਤੁਸੀਂ ਅੱਗੇ ਸਕੂਲਾਂ ਦੇ ਵਿੱਚ ਵੀ ਤਾਂ ਪੜ੍ਹਾਉਣੇ ਆ ਵਿਦਿਆਰਥੀਆਂ ਨੂੰ, ਉਸ ਸਥਿਤੀ ਦੇ ਵਿੱਚ ਇਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਯਾਦ ਰੱਖਣ ਦੇ ਯੋਗ ਹੈ ਵੀ ਇਹ ਚੀਜ਼ਾਂ ਦੇ ਹਿਸਾਬ ਨਾਲ ਆਪਾਂ ਇਸ ਵਿਧੀ ਦੀ ਵਰਤੋਂ ਕਰਕੇ ਆਪਾਂ ਬੱਚਿਆਂ ਨੂੰ ਕੰਪੈਰੀਜ਼ਨ ਕਰਕੇ ਤੁਲਨਾ ਕਰਕੇ ਦੱਸ ਸਕਦੇ ਹਾਂ ਬਈ ਬੇਟਾ ਆਹ ਹਾਹਾ ਆ, ਆਹ ਰਾਰਾ ਆ, ਅਗਰ ਤੂੰ ਇਸ ਨੂੰ ਐਵੇਂ ਜੋੜਤਾ ਤਾਂ ਆਹ ਰਾਰਾ ਬਣ ਜਾਊਗਾ। ਇਹ ਥੋੜ੍ਹਾ ਜਿਹਾ ਆਪਾਂ ਇਸ ਵਿਧੀ ਦੀ ਕਿਤੇ ਨਾ ਕਿਤੇ ਵਰਤੋਂ ਕਰ ਸਕਦੇ ਹਾਂ। ਹਾਂਜੀ, ਹੁਣ ਆ ਗਈ ਜੀ ਮਾਂਟੇਸਰੀ ਵਿਧੀ। ਮੈਡਮ ਮਾਰੀਆ ਮਾਂਟੇਸਰੀ ਦੀ ਦਿੱਤੀ ਹੋਈ ਵਿਧੀ। ਇਸ ਦਾ ਪ੍ਰਸ਼ਨ ਬਹੁਤ ਆਉਂਦਾ ਹੈ, ਲਾਜ਼ਮੀ ਆਉਂਦਾ, ਪੱਕਾ ਸ਼ਿਓਰ ਆਉਂਦਾ ਹੀ ਆਉਂਦਾ ਹੈ ਕਿ ਮੰਨ ਲਓ ਕਿ ਆਉਂਦਾ ਹੈ ਵੀ ਲਿਖਣਾ ਕੌਸ਼ਲ ਨੂੰ ਸਭ ਤੋਂ ਪਹਿਲਾਂ ਤਵੱਜੋ ਦੇਣ ਵਾਲੀ ਹੈ ਜਿਹੜੀ ਉਹ ਕੌਣ ਹੈ? ਮੈਡਮ ਮਾਰੀਆ ਮਾਂਟੇਸਰੀ ਹੈ। ਕਾਰਨ ਇਹਦੇ ਮਗਰ ਕੀ ਹੈ? ਉਹਨੇ ਕੀ ਲੌਜਿਕ ਦਿੱਤਾ ਹੈ? ਉਹ ਕਹਿੰਦੀ ਹੈ ਕਿ ਬੱਚਿਆਂ ਦੇ ਵਿੱਚ ਇੱਕ ਕ੍ਰੀਏਟੀਵਿਟੀ ਹੁੰਦੀ ਹੈ, ਸਿਰਜਣਾਤਮਕਤਾ ਹੁੰਦੀ ਹੈ, ਇੱਕ ਰਚਨਾਤਮਕਤਾ ਬੱਚਿਆਂ ਦੇ ਵਿੱਚ ਹੁੰਦੀ ਹੈ। ਰਚਨਾਤਮਕਤਾ ਦੇ ਆਧਾਰ 'ਤੇ ਕੀ ਹੈ ਉਹ ਜਿਹੜੀ ਲਿਖਣ ਵਿਧੀ ਹੈ, ਲਿਖਣ ਕੌਸ਼ਲ ਹੈ ਜਿਹੜਾ, ਉਸ ਨੂੰ ਸਭ ਤੋਂ ਅੱਗੇ ਸਭ ਤੋਂ ਮਹੱਤਵਪੂਰਨ ਸਥਾਨ, ਪਹਿਲਾ ਸਥਾਨ ਦਿੰਦੀ। ਕਿਉਂਕਿ ਹੁਣ ਬੱਚੇ ਦੇ ਅੰਦਰ ਰਚਨਾਤਮਕਤਾ ਜ਼ਿਆਦਾ ਹੁੰਦੀ ਹੈ ਅਤੇ ਮੈਂ ਤੁਹਾਨੂੰ ਦੱਸਿਆ ਵੀ ਇੱਕ ਮਾਤਰ ਹੀ ਕੌਸ਼ਲ ਹੈ ਜਿਹਦੇ ਵਿੱਚ ਰਚਨਾਤਮਕਤਾ ਕੰਮ ਆਉਂਦੀ ਹੈ, ਉਹ ਹੈਗਾ ਸਾਡਾ ਲਿਖਣ ਕੌਸ਼ਲ। ਰਚਨਾਤਮਕ ਉਸ ਚੀਜ਼ ਨੂੰ ਕਹਿੰਦੇ ਹਨ ਜਿਹਦੇ ਵਿੱਚ ਆਪਾਂ ਜਿਸ ਕੰਮ ਨੂੰ ਕਰਨ ਵੇਲੇ ਆਪਾਂ ਹੱਥਾਂ ਦੀ ਵਰਤੋਂ ਕਰਦੇ ਹਾਂ ਉਸ ਨੂੰ ਕਿਹਾ ਜਾਂਦਾ ਰਚਨਾਤਮਕ ਕਿਰਿਆ। ਹੁਣ ਰਚਨਾਤਮਕ ਕਿਰਿਆ ਹੁਣ ਲਿਖਣ ਦੇ ਵਿੱਚ ਆਪਾਂ ਹੱਥ ਦੀ ਵਰਤੋਂ ਕਰਦੇ ਹਾਂ। ਹੁਣ ਦੇਖੋ ਜੀ ਮਾਂਟੇਸਰੀ ਵਿਧੀ 3 ਵਿਧੀਆਂ ਦੀ ਵਰਤੋਂ ਕਰਦੀ ਹੈ ਬੇਟਾ ਜੀ, ਇੱਥੇ ਰੱਖਿਓ ਧਿਆਨ। ਮਾਂਟੇਸਰੀ ਵਿਧੀ ਦਾ ਸਭ ਤੋਂ ਔਖਾ ਪ੍ਰਸ਼ਨ ਆਹ ਬਣਦਾ। ਬਾਕੀ ਤੁਹਾਨੂੰ ਪਤਾ ਹੀ ਹੈ ਵੀ ਉਹ ਮਾਂਟੇਸਰੀ ਨੇ ਇਹ ਗੱਲ ਕਹੀ ਹੈ ਕਿ ਪੜ੍ਹਨਾ ਸਿਖਾਉਣ ਤੋਂ ਪਹਿਲਾਂ ਬੱਚੇ ਨੂੰ ਲਿਖਣਾ ਸਿਖਾਇਆ ਜਾਵੇ, ਕਿਉਂਕਿ ਲਿਖਣਾ ਇੱਕ ਸਰਲ ਪ੍ਰਕਿਰਿਆ ਹੈ ਅਤੇ ਬੱਚਾ ਇਸ ਵਿੱਚ ਜ਼ਿਆਦਾ ਰੁਚੀ ਲੈਂਦਾ ਹੈ ਕਿਉਂਕਿ ਇਹ ਇੱਕ ਰਚਨਾਤਮਕ ਕਿਰਿਆ ਹੈ। ਠੀਕ ਹੈ, ਗੱਲ ਕਲੀਅਰ ਹੈ। ਹਾਂਜੀ, ਹੁਣ ਅਗਲੀ ਗੱਲ ਸੁਣੋ। ਉਹ ਕਹਿੰਦੀ ਵੀ ਸਿਖਾਉਣਾ ਕਿਵੇਂ ਹੈ? ਇਹ ਤਾਂ ਗੱਲ ਹੋ ਗਈ ਵੀ ਚਲੋ ਸਭ ਤੋਂ ਪਹਿਲਾਂ ਬੱਚੇ ਨੂੰ ਲਿਖਣਾ ਸਿਖਾਇਆ ਜਾਵੇ। ਵੈਸੇ ਇਹ ਕ੍ਰਮ ਸਹੀ ਨਹੀਂ ਹੈ ਕਿਉਂਕਿ ਸਹੀ ਕ੍ਰਮ ਤਾਂ ਇਹੀ ਬਣਦਾ ਸੁਣਨਾ, ਬੋਲਣਾ, ਪੜ੍ਹਨਾ, ਲਿਖਣਾ। ਬੱਚਾ ਪੜ੍ਹਨਾ ਪਹਿਲਾਂ ਸਿੱਖੇਗਾ, ਲਿਖਣਾ ਬਾਅਦ ਵਿੱਚ ਸਿੱਖੇਗਾ। ਠੀਕ ਹੈ, ਜਾਂ ਪੜ੍ਹਨ ਦੇ ਨਾਲ ਨਾਲ ਲਿਖਣਾ ਸਿੱਖੇਗਾ। ਅੱਛਾ, ਹੋਰ ਦੇਖੋ
सब तो पहला की होगा 3 विधियां। पहला ध्यान रखियो प्रश्न की बनी जाता इत्थे। एक तो यह बनी जाता कि मांटेसरी विधि विच लिखण कौशल दे विच किन्नियां विधियां की वरतों की गई है। मांटेसरी विधि दे विच जी 3 विधियां की वरतों की गई है। 3 प्रकार भी लिख सकता है, 3 ढंग भी, 3 तरीके। ठीक है जी। हाँ, कलम फड़न का अभ्यास सब तो पहली विधि। कलम पर 3 विधियों को चंगी तरह रट लियो। कलम फड़न का अभ्यास मतलब की है भी कलम फड़ के कागज़ या फट्टी उत्ते लिखना। सब तो पहला तो बच्चे को कलम फड़न का अभ्यास बहुत जरूरी है, क्योंकि बच्चे दियाँ आह चीज़ां उंगलां जड़ियाँ वो बहुत, तुहानूं पता है भी ये सब तो बाद विच ये विकासात्मक अवस्था बहुत बाद दी है जो आप साइंस मनोविज्ञान पढ़ते हैं, क्योंकि बच्चा पूरे हथ का इस्तेमाल पहला सीख जाता। तुसीं देखिया होना छोटा बच्चा मान लो कोई खाण पीण वाली चीज़ है या कोई वैसे वस्तु पई है, उन्होंने जदों फड़दा तो एकदम झमट मार के तो वो मतलब की है भी वो सारे हथ का ही पूरे का इस्तेमाल करता है। उसनूं उंगलों का इस्तेमाल करन दा हजे पूरा ज्ञान नहीं है, मतलब कि विकास नहीं होया। ज्ञान नहीं, ये नहीं कह सकते आप, हाँ उसका विकास नहीं होया हजे। जो विकास हो जूगा फिर वह उंगलों का इस्तेमाल करन लग जूगा। सब तो पहला अभ्यास मांटेसरी के अनुसार किहड़ा है? कलम फड़न का अभ्यास। दूसरा, क्योंकि आप बच्चे नूं तुसीं कलम फड़ा के देख लो, इस तरह कदे नहीं फड़ेगा जिवें तुसीं फड़दे हो, इस तरीके नाल कदे नहीं फड़ सकदा। सब तो पहला उन्हें जां आह तरीका वरतू जां कुछ भी अपने हिसाब नाल वो सारे जां हत्थ दे विच इस तरह फड़ी होगी उन्हें बच्चे ने, छोटा बच्चा है जिहड़ा, क्योंकि उसनूं हजे ये चीज़ां का इस्तेमाल करना नहीं आया। हाँ जी, अगे देखो बेटा जी, अखरां दा स्वरूप समझना। दूसरी विधि, पहला तो हो गया कलम फड़न का अभ्यास। दूसरा अखरां का स्वरूप मतलब अखरां की बनतर, अखरां की बनावट, अखर लिखिया किस प्रकार है उस चीज़ को समझना। मोटे गत्ते उपर कट्टे हुए अखर चिपका के उस दे उपर उंगली फेरना। ਇਹਦੇ ਵਿੱਚ ਕੀ ਹੋਊਗਾ? ਅੱਖਰਾਂ ਦਾ ਸਰੂਪ ਬੱਚੇ ਦੇ ਪਹਿਚਾਣ ਵਿੱਚ ਆਊਗਾ। ਮੰਨ ਲਓ ਕੋਈ ਗੱਤਾ ਲਿਆ, ਉਸ ਦੇ ਉੱਪਰ ਕਾਗਜ਼ ਚਿਪਕੇ ਤੇ ਜਾਂ ਕੀ ਹੋਇਆ ਵੀ ਉਹ ਉਸ ਦੇ ਵਿੱਚੋਂ ਕਿਸੇ ਗੱਤੇ ਦੇ ਵਿੱਚ ਕੁਰੇਦ ਕੇ ਅੱਖਰ ਕੱਢ ਲੇ, ਵਿੱਚ ਉਸ ਦੇ ਵਿੱਚ ਉਂਗਲ ਫੇਰੀ। ਦੋਨੇ ਤਰੀਕੇ ਵਰਤੇ ਜਾ ਸਕਦੇ ਆ, ਕੋਈ ਦਿੱਕਤ ਨਹੀਂ। ਹਾਂ, ਉਸ ਤੋਂ ਬਾਅਦ ਅੱਖਰਾਂ ਦਾ ਧੁਨੀਆਤਮਕ ਵਿਸ਼ਲੇਸ਼ਣ। ਇਹਦੇ ਵਿੱਚ ਕੀ ਹੈ ਵੀ ਮਤਲਬ ਅੱਖਰਾਂ ਦੀ ਧੁਨੀ ਬਾਰੇ ਦੱਸਣਾ। ਧੁਨੀ ਦਾ ਮਤਲਬ ਆਵਾਜ਼, ਬੋਲਣਾ। ਕਿਹੜਾ ਅੱਖਰ ਕਿਵੇਂ ਬੋਲਿਆ ਜਾਊਗਾ। ਬੱਚਾ ਜਿਵੇਂ ਜਿਵੇਂ ਉਂਗਲ ਫੇਰਨ ਦਾ ਅਭਿਆਸ ਕਰ ਰਿਹਾ ਅੱਖਰ ਦੇ ਉੱਪਰ, ਉਸ ਦੇ ਨਾਲ ਉਸ ਨੂੰ ਉਸ ਅੱਖਰ ਦੀ ਧੁਨੀ ਬਾਰੇ ਦੱਸਣਾ, ਉਸ ਅੱਖਰ ਨੂੰ ਕਿਵੇਂ ਬੋਲਿਆ ਜਾਊਗਾ ਇਸ ਬਾਰੇ ਦੱਸਣਾ। ਲਓ ਜੀ, 3 ਗੱਲਾਂ ਕਲੀਅਰ ਹੋ ਗਈਆਂ। ਮਾਂਟੇਸਰੀ ਵਿਧੀ ਇੱਥੇ ਸਭ ਤੋਂ ਔਖਾ ਪ੍ਰਸ਼ਨ ਬਣਦਾ। ਮਾਂਟੇਸਰੀ ਵਿਧੀ ਦਾ ਇਸ ਤਰ੍ਹਾਂ ਹਾਰਡ ਨਹੀਂ ਬਣਦਾ ਕੋਈ ਪ੍ਰਸ਼ਨ। ਹਾਂਜੀ, ਹੁਣ ਆ ਗਈ ਜੀ ਪੈਸਟਾਲੋਜੀ ਦੀ ਰਚਨਾਤਮਕ ਵਿਧੀ। ध्यान रखियो, ये विधि सरल तो कठिन सूत्र उपर आधारित है। यह प्रश्न बनता है भी पैस्टालोजी विधि है जी किहड़े सूत्र ते आधारित है जी? सरल तो कठिन। हालांकि मैं सरल तो कठिन लिखता, तुसी नाल एक गल होर ध्यान रखनी है, सौख तो औख जिन्हों आपां कह दिंदे, क्योंकि पंजाबी दे विच इस नूं सौख तो औख कहा जाता है। सौख तो औख, सौखे तो औखे वल जाना, सौख तो औख। ठीक है बेटा जी। हाँ हाँ, सौख तो औख। अखर की शक्ल नूं वख-वख टुकड़ियां विच तोड़ के अते फिर जोड़ के अखर रचना सिखाई जाती है। मान लो बच्चे नूं आपां कोई मान लो इस तरह का सिखाउणा है, जिवें उदाहरण वास्ते जिवें गंगा सिखाउणा है, आ अखर सिखाउणा है बच्चे नूं, है ना। तो बच्चे को आप की कर सकते हैं, जिवें इस नूं पूरे अखर नूं बच्चे नूं दिखाता, फिर इस नूं आपां अखर नूं तोड़ता। बच्चे नूं कहा भी पहला इन्नी चीज़ सिख, पहला इन्नी चीज़ ते अभ्यास कर, उस तो बाद बच्चे नूं कहा ऐ कर ला, इत्थे अभ्यास कर ला, इस तरह। इस तरीके दे नाल बच्चा इस अखर नूं सिखेगा। इस नूं की कहा जाता है? पैस्टालोजी विधि, जो सौख तो औख सूत्र उपर आधारित है। उस तो बाद आगे जी शब्द विधि। हाँ, शब्द विधि है जिहड़ी ये वाचन ते लिखण कौशल दोहां दे नाल संबंधित है। लो जी, आ प्रश्न आया सी बेटा जी, अपने आया सी इहदे विचों। वाचन ते लिखण दोहां कौशलों के नाल संबंधित है जी। आ जिहड़ी तुहानूं पढ़ाई है ना, ये मेरी पुरानी बुक है, नवीं बुक जल्दी मार्केट दे विच आउण वाली है। उहदे विच बहुत कुछ एक्सट्रा ऐड कीता मैं, अखाण मुहावरे नवें सिरे तो, होर भी बहुत सारिया चीज़ां। बाकी तुहानूं इत्थे मैं बड़ा कुछ करवाऊँगा। मान लो जिहड़े पैरे आ
है ना। वार्तक पैरे ਜਿਹੜੇ अणडिठे आउंदे आ, ਉਹ भी ਆਪਾਂ ਇੱਥੇ ਹੀ ਕਰਾਂਗੇ। ਤੇ ਉਸ ਤੋਂ ਬਾਅਦ ਆਪਾਂ ਕਵਿਤਾ ਪਹਿਰੇ ਵੀ ਇੱਥੇ ਹੀ ਪੜਾਂਗੇ। ਤੇ ਨਾਲ ਨਾਲ ਬੇਟਾ ਜੀ ਜਲਦੀ ਹੀ ਤੁਹਾਡੀ ਟੈਸਟ ਸੀਰੀਜ਼ ਵੀ ਇੱਥੇ ਸ਼ੁਰੂ ਹੋ ਜੂਗੀ। ਫਿਕਰ ਨੋਟ, चिंता करने की लोड़ नहीं तुहानू। बच्चे नू तस्वीर दिखा के संबंधित शब्द बोर्ड उपर लिख दिता जाता है। बच्चे लिखती रूप में नकल करते हैं। शब्द विधि बोलन कौशल दे विच भी वरती जाती है तो साडे लिखण कौशल दे विच भी है। बई बच्चे नू तस्वीर दिखाई जाती है, संबंधित शब्द बोर्ड उपर लिखा जाता, बच्चा उस शब्द की नकल करता है। ठीक है जी। हुण आ गई जी वाक विधि। शब्द विधि वांग इस विच तस्वीर दिखा के लिखना सिखाया जाता है। बच्चे वाक बना के लिखते हैं। वाक विधि भी उत्थे वरती जाती है साडे बोलन कौशल दे विच भी। हुण आ गई जी प्रस्तापन विधि। प्रस्तापन हुंदी है अदला बदली, जिहनूं आपां कह दिंदे आ। हाँ, शब्द विच अखरां नूं अगे पिछे करके नवें शब्द बनाए जाते हैं। बच्चे नूं नवें नवें शब्द लिखण लई आख्या जाता है। इनू कहा जाता है प्रस्थापन विधि। शब्दों का फेर बदल करना, उन्होंने जगह बदल देनी अखरां की, सॉरी शब्दों की नहीं, किसी शब्द दे विच अखरां की जगह नू बदल देना। देख लो किवें, जिवें कस तो सक बना देना, कस सक। कलम तो कमल या लमक बना देना, है ना। बई कलम आपां नूं पता है इसका भी अर्थ बनता है, कमल शब्द का भी अर्थ है, लमक तो भाव लमकण तो, हैंग जी नूं आपां कह दिंदे आ। हाँ जी, प्रस्थापन विधि है जिहड़ी यह इस तरीके नाल वरती जाती है, जिस दे विच किसी शब्द दे विच अखरां दी जगह नूं बदलिया जाता है, अखरां दी अदला बदली करके नवे शब्द बनाए जाते। थोड़ी है इंटरस्टिंग, पर इस दी एक लिमिट है इस विधि की। भी इस विधि दे विच बच्चे ज़्यादा शब्द नहीं सीख सकते। तुसीं किन्ने क शब्द बच्चे नूं सिखा सकोगे, ज़्यादा नहीं, लिमिट होगी उन्हां दी। पर आपां तां बच्चे नूं बहुत सारे शब्द सिखाउणे आ, है ना। उस दे भंडार, शब्द भंडार दे विच बहुत वड्डे तरीके नाल वाधा करना आपां, तां ही तां बच्चे दा भाषा दे उपर अधिकार होऊगा। पूर्णिया उत्ते लिखना, लो जी कह देंगे है जी विद्यार्थी, सर इसको क्या बोलते हैं पूर्णिया उत्ते लिखना। लो तुहानू दस दिंदे आ। मान लो अध्यापक ने की कीता, पट्टी या फट्टी या जिन्हों तुसीं कह दिंदे आ सलेट, उस दे उपर कै लिखता बच्चे नूं, लो बेटा जी लिखता। बच्चे ने की कीता, तुसीं छोटे हुंदे भी, मैं तो छोटे हुंदे इस तरीके नाल ही सानू अध्यापक साडा सिखाउंदा हुंदा सी। उहने एवें लिख देना, साडे वर्गिਆਂ ने की करना, उस दे उपर चाक नाल या बरते नाल इस तरह करके उसनूं एवें घसाई जाना। इसनूं कहा जाता है पूर्णिया उत्ते लिखना। पूर्णिया लिखना सिखाउण दी बहुत पुरातन विधि है। अध्यापक तख्ती दे उपर पेंसिल नाल आप लिख दिंदा है जां पूरने पा दिंदा है। हुण तुहानूं इह पता लग गया भी पूरने कौन पाउंदा है, वो हैगा जी अध्यापक। अध्यापक ने पूर दिता, उसनूं पूरने पा दिते। ते हुण की होया, बच्चा की करेगा, स्याही ते कलम नाल अखरां उपर कलम चलाउंदा है। जरूरी थोड़ा भी स्याही ते कलम ही लऊगा, कुछ भी ले सकदा, पेंसिल भी ले सकदा है बच्चा। अगर सलेट जां फट्टी ते उपर लिख रहा है तो चाक बरता लऊगा। हाँ जी, इस अभ्यास पिछों बच्चा हौली हौली सुतंत्र रूप में लिखना शुरू कर दिंदा है। इत्थे बच्चा सुतंत्र नहीं है, बच्चा इत्थे अध्यापक के अधीन है, क्योंकि अध्यापक ने जो पूरना पाता उस दे उपर बच्चे नूं उसनूं फॉलो करना पऊगा। वो हौली हौली बच्चे नूं बाद विच सुतंत्र रूप में सिखाया जाता है। हुण आ गई जी बोल लिखत जां मलाह। बोल लिखत जां मलाह, लिखण विच प्रवीणता लियाउण लई बोल लिखत एक वधिया साधन है। बिल्कुल सही है। मलाह जिहड़ा हुंदा, मलाह दा शाब्दिक अर्थ हुंदा बेड़ी नूं चलाउण वाला। बस तुसीं एवें समझो भी पूरी क्लास है, एक बेड़ी है, बेड़ी दे विच जिहड़े बैठे आ जिहड़े वो सारे बच्चे आ, ते जिहड़ा मलाह है, जिहड़ा जिहदे कोल और हुंदा है कि जां अंग्रेजी दे विच, पंजाबी दे विच जां हिंदी दे विच चप्पू जिहनूं कह दिंदे, अध्यापक चप्पू चलाउण वाला, वह है जिहड़ा उसनूं मलाह कहा जाता है। हाँ जी, लिखण विच प्रवीणता, बेड़ी नूं चलाउण वाले नूं मलाह कहा जाता है। हाँ जी, वो हीर दी जिहड़ी सीगी बेड़ी ते ओहदा मलाह सीगा लुढ़ण शाह। हाँ, जिहड़ी वो बेड़ी दे विच ही सेज लगी सी ते ओहदे विच ही रांझा जिहड़ा वो विश्राम करदा रात नूं। ये जिहड़ी कहानियां ही रांझे ने, अगर किसी ने पढ़ी है, अगर कोई अगे तैयारी कर रहा सैकेंड ग्रेड पंजाबी की, तुहानूं पता ही है कोर्स अपना चल ही रहा उहदे ते। हाँ जी, दुनिया ते अखरां दी पूरी पछाण हो जे, इसकी वरतों करनी चाहिए है बोल लिखत मलाह दी। हुण बच्चे नूं जदों पूरे अखर, पूरियां धुनियां, पूरे शब्द लिखने आ गए, उस स्थिति दे विच तुसीं इस विधि की वरतों कर सकते हो। बोल लिखत जां मलाह दी, अध्यापक बोलता जाए, मलाह का काम कौन करूगा, अध्यापक। बच्चे उसनूं फॉलो करनगे।
ਸੁਣ ਕੇ ਲਿਖਣ ਨੂੰ ਬੋਲ ਲਿਖਤ ਜਾਂ ਮਲਾਹ ਕਿਹਾ ਜਾਂਦਾ ਹੈ। ਇਸੇ ਨੂੰ ਕਿਹਾ ਜਾਂਦਾ ਸੁਣ ਕੇ ਲਿਖਣਾ, ਕਿਉਂਕਿ ਅਧਿਆਪਕ ਬੋਲੂਗਾ ਕਿਤਾਬ ਦੇ ਵਿੱਚੋਂ ਦੇਖ ਕੇ ਜਾਂ ਵੈਸੇ ਵੀ ਕਿਵੇਂ ਵੀ ਬੋਲੇ, ਕੋਈ ਵੀ ਸਥਿਤੀ ਹੋ ਸਕਦੀ ਹੈ ਬੋਲਣ ਦੀ, ਕਲਾਸ ਦੇ ਵਿੱਚ ਬੋਲੂਗਾ, ਸਾਰੇ ਬੱਚੇ ਸੁਣ ਕੇ ਲਿਖਣਗੇ। ਇਸ ਦੇ ਨਾਲ ਕੀ ਹੁੰਦਾ ਹੈ, ਸੁਣਨ ਕੌਸ਼ਲ ਦਾ ਵੀ ਅਭਿਆਸ ਹੁੰਦਾ ਹੈ, ਸੁਣਨ ਕੌਸ਼ਲ ਦਾ ਵੀ ਵਿਕਾਸ ਹੁੰਦਾ ਹੈ, ਲਿਖਣ ਕੌਸ਼ਲ ਦਾ ਵੀ। ਧਿਆਨ ਰੱਖਿਓ, ਬੋਲ ਲਿਖਤ ਜਾਂ ਮਲਾਹ ਦੋਨਾਂ ਕੌਸ਼ਲਾਂ ਦੇ ਨਾਲ ਸੰਬੰਧਿਤ ਹੈ। ਸੁਣ ਕੇ ਲਿਖਣਾ ਹੈ। ਹਾਂਜੀ, ਬੋਲ ਲਿਖਤ ਵਿੱਚ ਕੰਨ, ਹੱਥ ਅਤੇ ਅੱਖ ਇਕੱਠੇ ਕੰਮ ਕਰਦੇ ਹਨ। ਬਿਲਕੁਲ, ਇਹ ਸਰੀਰ ਦੇ ਤਿੰਨੋਂ ਅੰਗ ਕੰਮ ਕਰਦੇ ਹਨ, ਤਿੰਨੋਂ ਜਿਹੜੇ ਸਾਡੇ ਤੰਤਰ ਕੰਮ ਕਰਦੇ ਹਨ। ਹੁਣ ਦੇਖੋ ਜੀ, ਨੋਟ ਲਾ ਕੇ ਮੈਂ ਕੁਝ ਗੱਲਾਂ ਲਿਖੀਆਂ। ਅਨੁਲਿਪੀ ਅਤੇ ਪ੍ਰਤੀਲਿਪੀ ਨਾਲ ਵਿਦਿਆਰਥੀ ਅੱਖਰਾਂ ਦੀ ਬਣਾਵਟ ਸਿੱਖਦੇ ਹਨ, ਪਰੰਤੂ ਬੋਲ ਲਿਖਤ ਵਿੱਚ ਉਹਨਾਂ ਦੇ ਲਿਖਣ ਦੀ ਗਤੀ ਦਾ ਵਿਕਾਸ ਹੁੰਦਾ ਹੈ। ਅਨੁਲਿਪੀ ਅਤੇ ਪ੍ਰਤੀਲਿਪੀ, ਇਹ ਤੁਹਾਨੂੰ ਪਤਾ ਹੀ ਹੈ ਵੀ ਮਤਲਬ ਸੁਲੇਖ ਲਿਖਣ ਦੇ ਦੋ ਪ੍ਰਕਾਰ ਹੁੰਦੇ ਆ, ਅਨੁਲਿਪੀ ਤੇ ਪ੍ਰਤੀਲਿਪੀ। ਉਸ ਤੋਂ ਬਾਅਦ ਕੀ ਹੈ, ਬੱਚੇ ਨੂੰ ਜਿਵੇਂ ਸੁਲੇਖ ਲਿਖਦਾ ਹੈ ਬੱਚਾ, ਉਹਦੇ ਵਿੱਚ ਕੀ ਹੈ ਵੀ ਬੱਚਾ ਅੱਖਰਾਂ ਦੀ ਬਣਾਵਟ ਦੇ ਉੱਪਰ ਜ਼ਿਆਦਾ ਧਿਆਨ ਦਿੰਦਾ ਹੈ, ਵੀ ਅੱਖਰਾਂ ਦੀ ਬਣਾਵਟ ਬਣਤਰ ਉਹਨਾਂ ਦੀ ਜਿਹੜੀ ਹੈਗੀ ਆ ਉਹ ਸੋਹਣੀ ਹੋਵੇ, ਸੁਲੇਖ ਲਿਖਣਾ। ਪਰ ਜਦੋਂ ਬੱਚੇ ਨੂੰ ਬੋਲ ਲਿਖਤ ਜਾਂ ਮਲਾਹ ਵਿਧੀ ਵਰਤੀ ਜਾਂਦੀ ਹੈ, ਉਸ ਵਿਧੀ ਦੇ ਵਿੱਚ ਬੱਚਾ ਸਪੀਡ ਨਾਲ ਲਿਖਦਾ, ਕਿਉਂਕਿ ਅਧਿਆਪਕ ਵਾਰ-ਵਾਰ ਉਸ ਨੂੰ ਇਸ ਗੱਲ ਨੂੰ ਪ੍ਰੇਰਿਤ ਕਰਦਾ ਹੈ ਕਿ ਬੱਚੇ ਸਪੀਡ ਨਾਲ ਲਿਖੋ, ਸਪੀਡ ਨਾਲ ਲਿਖੋ, ਅਧਿਆਪਕ ਬੋਲ ਰਿਹਾ। ਹਾਂਜੀ, ਅੱਗੇ ਹੁਣ ਦੇਖੋ ਜੀ, ਸੁਲੇਖ ਸਿੱਖਿਆ। ਸੁੰਦਰ ਲਿਖਾਈ ਨੂੰ ਸੁਲੇਖ ਆਖਦੇ ਹਨ। ਸੁਲੇਖ, ਸੁੰਦਰ ਲਿਖਣਾ। ਇਸ ਵਿੱਚ ਅੱਖਰ ਸਾਫ਼ ਤੇ ਸਪਸ਼ਟ ਲਿਖੇ ਜਾਂਦੇ ਹਨ। ਅੱਖਰਾਂ ਦੀ ਬਣਾਵਟ, ਲੰਬਾਈ, ਚੌੜਾਈ, ਅਨੁਪਾਤ ਬਰਾਬਰ ਹੋਣਾ ਚਾਹੀਦਾ। ਬਿਲਕੁਲ, ਲਾਈਨਦਾਰ ਕਾਪੀਆਂ ਦੇ ਵਿੱਚ ਲਿਖਾਉਂਦੇ ਆ ਤੇ ਉਹਦੇ ਵਿੱਚ ਕੀ ਹੈ ਵੀ ਇੱਕ ਪੂਰੀ ਲਾਈਨ ਦੇ ਵਿੱਚ ਉਸ ਨੂੰ ਅੱਖਰ ਨੂੰ ਪੂਰਾ ਫਿੱਟ ਕਰਕੇ ਲਿਖਿਆ ਜਾਂਦਾ ਹੈ। ਸੁੰਦਰ ਲਿਖਾਈ ਦੇ ਨਾਲ ਨਾਲ ਗਤੀ ਦਾ ਵੀ ਧਿਆਨ ਰੱਖਿਆ ਜਾਂਦਾ ਹੈ। 1 ਮਿੰਟ ਵਿੱਚ 30 ਸ਼ਬਦ ਜ਼ਰੂਰ ਲਿਖਣੇ ਚਾਹੀਦੇ ਹਨ। ਅਗਰ ਪ੍ਰਸ਼ਨ ਬਣ ਜੇ ਕਿ ਸੁਲੇਖ ਸਿੱਖਿਆ ਵਿੱਚ 1 ਮਿੰਟ ਦੇ ਵਿੱਚ ਲਗਭਗ ਕਿੰਨੇ ਸ਼ਬਦ ਲਿਖਣੇ ਚਾਹੀਦੇ ਹਨ, ਤਾਂ ਲਗਭਗ 30 ਲਿਖਣੇ ਚਾਹੀਦੇ ਹਨ। ਹਾਂਜੀ, ਸੁਲੇਖ ਸਿੱਖਿਆ ਸਮੇਂ ਸ਼ਬਦਾਂ ਦਾ ਫਾਸਲਾ ਤੇ ਗਿਣਤੀ ਸਮਾਨ ਹੋਣੀ। ਬਿਲਕੁਲ ਸਹੀ ਹੈ, ਸ਼ਬਦਾਂ ਦਾ ਫਾਸਲਾ ਬਹੁਤ ਜ਼ਰੂਰੀ ਹੈ, ਵੀ ਫਾਸਲੇ ਤੇ ਵੀ ਤਾਂ ਰੱਖਣੇ ਆ। ਹੁਣ ਇੱਕੋ ਜਿਹੇ ਲੜੀਦਾਰ ਨਹੀਂ ਕਰ ਦੇਣਾ ਉਹਨਾਂ ਨੂੰ ਵੀ ਇੱਕ ਹੀ ਲਾਈਨ ਖਿੱਚੀ ਤੇ ਸਾਰੇ ਸ਼ਬਦ ਲਿਖਤੇ, ਐਵੇਂ ਤਾਂ ਕਰ ਨਹੀਂ ਸਕਦੇ। ਹਾਂਜੀ, ਵੱਖ-ਵੱਖ ਲਿਖਣ ਕਿਰਿਆਵਾਂ ਦਾ ਅਭਿਆਸ ਜਲਦੀ ਖਤਮ ਕਰੀਏ ਇਸ ਨੂੰ। ਹਾਂ, ਪ੍ਰਵੀਨਤਾ ਲਿਖਣ ਦੇ ਵਿੱਚ ਪ੍ਰਵੀਨਤਾ ਲਿਆਉਣੀ ਹੈ, ਐਕਸਪਰਟ ਹੋਣਾ ਹੈ, ਤਾਂ ਵੱਖ-ਵੱਖ ਅਭਿਆਸ ਹੈ। ਦੇਖੋ ਜੀ, ਬੋਲ ਲਿਖਤ ਜਾਂ ਮਲਾਹ, ਇਹ ਗੱਲ ਹੋ ਗਈ ਆਪਾਂ ਨੂੰ, ਠੀਕ ਹੈ, ਕਲੀਅਰ ਹੋ ਗਈ ਵੀ ਕੋਈ ਅਧਿਆਪਕ ਜਾਂ ਵਿਦਿਆਰਥੀ ਬੋਲਦਾ ਹੈ, ਕਿਉਂਕਿ ਜ਼ਰੂਰੀ ਨਹੀਂ ਕਿ ਮਲਾਹ ਅਧਿਆਪਕ ਹੀ ਹੋਵੇ, ਵਿਦਿਆਰਥੀ ਵੀ ਹੋ ਸਕਦਾ ਹੈ। ਜਮਾਤ ਦੇ ਬੱਚੇ ਸੁਣ ਕੇ ਲਿਖਦੇ ਹਨ। ਲਿਖਣ ਤੋਂ ਬਾਅਦ ਗਲਤੀਆਂ ਨੂੰ ਡਰਿਲ ਵਿਧੀ ਦੇ ਦੁਆਰਾ ਸੁਧਾਰਿਆ ਜਾਂਦਾ ਹੈ। ਧਿਆਨ ਰੱਖਿਓ, ਅਗਰ ਪ੍ਰਸ਼ਨ ਵੈਸੇ ਹੀ ਕਾਮਨ ਬਣ ਜੇ ਕਿ ਜਮਾਤ ਦੇ ਵਿੱਚ ਗਲਤੀਆਂ ਨੂੰ ਕਿਹੜੀ ਵਿਧੀ ਦੇ ਨਾਲ ਸੁਧਾਰਿਆ ਜਾਂਦਾ ਹੈ, ਉੱਥੇ ਪ੍ਰਸ਼ਨ ਲਿਖਿਆ ਹੋਵੇ ਡਰਿਲ ਵਿਧੀ। ਅਰੇ ਡਰਿਲ ਹੈ ਜਿਹੜੀ ਉਹ ਦੀਵਾਰ ਦੇ ਵਿੱਚ ਛੇਦ ਕਰਨ ਦੇ ਕੰਮ ਆਉਂਦੀ ਹੈ। ਜਿਹੜੀ ਡਰਿਲ ਇੱਕ ਮਤਲਬ ਕੀ ਆ ਵੀ ਇੱਕ ਕਹਿ ਸਕਦੇ ਹਾਂ ਵੀ ਇੱਕ ਸੰਦ ਹੁੰਦਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜਿਹੜਾ ਲਾਈਟ 'ਤੇ ਚੱਲਦੀ ਹੈ, ਬਿਜਲੀ 'ਤੇ। ਤੁਸੀਂ ਅਕਸਰ ਦੇਖਿਆ ਹੋਣਾ ਵੀ ਆ ਲਾਈਟ ਵਾਲੇ ਮਿਸਤਰੀ ਜਾਂ ਪਾਣੀ ਵਾਲੇ ਮਿਸਤਰੀ, ਉਹਨਾਂ ਕੋਲ ਡਰਿੱਲਾਂ ਹੁੰਦੀਆਂ, ਤਾਂ ਉਹ ਡਰਿੱਲ ਹੈ ਜਿਹੜੀ ਉਹ ਡਰਿੱਲ ਵਿਧੀ ਜਿਹਦੇ ਨਾਲ ਉਹ ਮਤਲਬ ਛੇਦ ਕਰਦੇ ਆ, ਹੋਲ ਕਰਦੇ ਆ। ਹੁਣ ਇਹਦੇ ਵਿੱਚ ਕੀ ਹੈ, ਡਰਿੱਲ ਕਿੰਨੀ ਸਪੀਡ ਨਾਲ ਘੁੰਮਦੀ ਹੈ, ਉਹ ਡਰਿੱਲ ਦੇ ਅੱਗੇ ਜਿਹੜਾ ਲੱਗਿਆ ਹੁੰਦਾ ਉਹ ਕਿੰਨੀ ਸਪੀਡ ਨਾਲ ਘੁੰਮਦਾ। ਉਵੇਂ ਹੀ ਬੱਚੇ ਨੂੰ ਵਾਰੀ ਉਵੇਂ ਹੀ ਮਤਲਬ ਉਸ ਦਾ ਸੈਂਸ ਆ ਉਸ ਚੀਜ਼ ਦਾ ਕਿ ਬੱਚਾ ਵਾਰੀ ਮੰਨ ਲਓ ਜਿਹੜਾ ਸ਼ਬਦ ਗਲਤ ਬੋਲ ਰਿਹਾ ਉਸ ਨੂੰ ਵਾਰੀ ਬੋਲੇਗਾ, ਵਾਰੀ ਰਿਪੀਟ ਕਰੇਗਾ। ਜਿਵੇਂ ਡਰਿੱਲ ਹੈ ਜਿਹੜੀ ਉਹ ਵਾਰੀ ਆਪਣਾ ਉਹ ਘੁੰਮ ਰਹੀ ਹੈ, ਵਾਰੀ ਉਹ ਕਿਰਿਆ ਕਰ ਰਹੀ ਹੈ, ਉਵੇਂ ਹੀ ਬੱਚਾ ਵਾਰੀ ਕਿਰਿਆ ਕਰੇਗਾ। ਇਸ ਕਰਕੇ ਇਸ ਵਿਧੀ ਨੂੰ ਡਰਿੱਲ ਵਿਧੀ ਕਿਹਾ ਜਾਂਦਾ। ਵਾਰੀ ਬੋਲੀ ਜਾਏਗਾ, ਬਸ ਉਹ ਗਲਤੀ ਹੈ ਜਿਹੜੀ ਉਹ ਡਰਿੱਲ ਵਿਧੀ ਦੇ ਨਾਲ ਉਸ ਦੀ ਸੁਧਰ ਜਾਵੇਗੀ। ਬੋਲ ਲਿਖਤ ਨਾਲ ਲਿਖਣ ਦੀ ਗਤੀ ਤੇਜ਼ ਹੁੰਦੀ ਹੈ। ਬਿਲਕੁਲ ਸਹੀ ਹੈ, ਕਿਉਂਕਿ ਲਿਖਣ ਦੀ ਗਤੀ ਦਾ ਜਿਹੜਾ ਸੰਬੰਧ ਹੈ ਉਹ ਬੋਲ ਲਿਖਤ ਜਾਂ ਮਲਾਹ ਵਿਧੀ ਦੇ ਨਾਲ ਹੈ। ਗੱਲ ਹੋ ਗਈ ਹੈ ਆਪਣੀ। ਧਿਆਨ ਨਾਲ ਸੁਣਨ ਦੀ ਆਦਤ ਵਿਕਸਿਤ ਹੁੰਦੀ ਹੈ। ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਸੁਣਨ ਤੇ ਲਿਖਣ ਦੋਨੇ ਕੌਸ਼ਲਾਂ ਦਾ ਵਿਕਾਸ ਹੁੰਦਾ। ਅੱਗੇ ਆ ਗਿਆ ਜੀ ਚਿੱਤਰ ਰਚਨਾ। ਤਸਵੀਰਾਂ ਨਾਲ ਸੰਬੰਧਿਤ ਵਾਕ ਲਿਖਣ ਲਈ ਅਧਿਆਪਕ ਚਿੱਤਰ ਨੂੰ ਜਮਾਤ ਵਿੱਚ ਟੰਗ ਦਿੰਦਾ, ਸੰਬੰਧਿਤ ਪ੍ਰਸ਼ਨਾਂ ਨੂੰ ਬੋਰਡ 'ਤੇ ਲਿਖ ਦਿੰਦਾ। ਬੱਚਾ ਤਸਵੀਰ ਦੀ ਸਹਾਇਤਾ ਦੇ ਨਾਲ ਪ੍ਰਸ਼ਨਾਂ ਦੇ ਉੱਤਰ ਦਿੰਦਾ। ਇਹਨੂੰ ਕਿਹਾ ਜਾਂਦਾ ਚਿੱਤਰ ਰਚਨਾ। ਕਹਾਣੀ ਰਚਨਾ, ਕਹਾਣੀ ਸੁਣਨਾ ਤੇ ਸੁਣਾਉਣਾ ਮੂਲ ਪ੍ਰਵਰਤੀ ਹੈ ਜੀ। ਉਤਸੁਕਤਾ ਹੁੰਦੀ ਹੈ ਕਹਾਣੀ ਦੇ ਵਿੱਚ, ਹੈ ਨਾ। ਉਤਸੁਕਤਾ ਦਾ ਮਤਲਬ ਹੁੰਦਾ ਅੱਗੇ ਕੀ ਹੋਊਗਾ। ਉਤਸੁਕਤਾ, ਮਨ ਦੇ ਵਿੱਚ ਕਿਊਰੀਅਸਿਟੀ ਹੁੰਦੀ ਹੈ। ਆਪਣੇ ਆਲੇ ਦੁਆਲੇ ਦੀਆਂ ਘਟਨਾਵਾਂ ਨੂੰ ਕਹਾਣੀ ਦੇ ਰੂਪ ਵਿੱਚ ਲਿਖ ਕੇ ਵਿਚਾਰਾਂ ਨੂੰ ਪ੍ਰਗਟ ਕਰਦਾ। ਇੱਥੇ ਵਾਕਾਂ ਦੇ ਵਿੱਚ ਸਧਾਰਨ, ਚਿੱਤਰ ਰਚਨਾ ਦੇ ਵਿੱਚ, ਕਹਾਣੀ ਰਚਨਾ ਦੇ ਵਿੱਚ ਕਹਾਣੀ ਦੇ ਰੂਪ ਵਿੱਚ ਲਿਖਦਾ। ਚਿੱਠੀ ਪੱਤਰ ਰਚਨਾ, ਤੀਸਰੀ ਚੌਥੀ ਜਮਾਤ ਵਿੱਚ ਚਿੱਠੀ ਪੱਤਰ ਰਚਨਾ ਬੱਚੇ ਨੂੰ ਸਿਖਾਈ ਜਾਣੀ ਚਾਹੀਦੀ ਹੈ। ਕੋਈ ਦਿੱਕਤ ਨਹੀਂ, ਤੀਸਰੀ ਚੌਥੀ ਜਮਾਤ ਦੇ ਵਿੱਚ ਆਪਾਂ ਬੱਚੇ ਨੂੰ ਜ਼ਰੂਰੀ ਕੰਮ ਫੀਸ ਮਾਫ ਦੀ ਅਰਜੀ ਆਪਾਂ ਸਿਖਾ ਸਕਦੇ ਹਾਂ।
ਹਾਂ, ਲੇਖ ਰਚਨਾ ਪ੍ਰਾਰਥਨਾ ਪੱਤਰ ਦੀ ਸ਼੍ਰੇਣੀ ਦੇ ਵਿੱਚ ਆਉਂਦੇ ਆ ਇਹ, ਫੀਸ ਮਾਫੀ ਤੇ ਆਹ ਜਿਹੜਾ ਹੁੰਦਾ ਜ਼ਰੂਰੀ ਕੰਮ ਵਾਲੀ। ਲੇਖ ਰਚਨਾ ਲਿਖਤ ਅਭਿਆਸ ਵਿੱਚ ਸਭ ਤੋਂ ਉੱਤਮ ਤੇ ਮਹੱਤਵਪੂਰਨ ਸਾਧਨ ਹੈ। ਜੇ ਲਿਖਣ ਦਾ ਅਭਿਆਸ ਕਰਨਾ ਤਾਂ ਉਹਦੇ ਵਿੱਚ ਕੀ ਹੈ, ਉਹਦੇ ਵਿੱਚ ਸਭ ਤੋਂ ਮਹੱਤਵਪੂਰਨ ਸਾਧਨ ਲੇਖ ਰਚਨਾ ਹੈ। ਕਿਹਦੇ ਵਿੱਚ? ਆ ਦੇਖ ਲਓ, ਲਿਖਣ ਦੇ ਵਿੱਚ ਜਦੋਂ ਪ੍ਰਵੀਨਤਾ ਲਿਆਉਣੀ ਹੈ, ਲਿਖਣ ਦੇ ਵਿੱਚ ਜਦੋਂ ਐਕਸਪਰਟ ਹੋਣਾ, ਉਹਦੇ ਵਾਸਤੇ ਲੇਖ। ਤੀਜੀ ਜਾਂ ਚੌਥੀ ਜਮਾਤ ਤੋਂ ਸ਼ੁਰੂ ਕਰ ਸਕਦੇ ਹੋ ਤੁਸੀਂ। ਗਾਂ ਦੇ ਉੱਤੇ ਸਭ ਤੋਂ ਆਪਾਂ ਨੂੰ ਪਤਾ ਵੀ ਗਊ ਮਾਤਾ ਤੇ ਸਭ ਤੋਂ ਪਹਿਲਾਂ ਲੇਖ ਲਿਖਿਆ ਜਾਂਦਾ, ਕੋਈ ਦਿੱਕਤ ਨਹੀਂ। ਮੈਂ ਵੀ ਆਪਣੀ ਜ਼ਿੰਦਗੀ ਦਾ ਸਭ ਤੋਂ ਪਹਿਲਾ ਲੇਖ ਗਊ ਮਾਤਾ ਦਾ ਲਿਖਿਆ ਸੀ ਤੇ ਮੈਨੂੰ ਇਸ ਗੱਲ ਦਾ ਵੀ ਥੋੜ੍ਹਾ ਜਿਹਾ ਹੈ ਯਕੀਨ ਵੀ ਤੁਸੀਂ ਵੀ ਕਿਤੇ ਨਾ ਕਿਤੇ ਸਭ ਤੋਂ ਪਹਿਲਾ ਲੇਖ ਗਊ ਮਾਤਾ ਤੇ ਹੀ ਲਿਖਿਆ ਹੋਊਗਾ। ਹਾਂਜੀ, ਆਰੰਭ ਵਿੱਚ ਸਥੂਲ ਵਸਤੂਆਂ ਪਸ਼ੂ ਪੰਛੀਆਂ ਬਾਰੇ ਲੇਖ, ਬਿਲਕੁਲ ਸਹੀ ਹੈ। ਗਊ ਇੱਕ ਪਸ਼ੂ ਹੈ, ਇਸ ਕਰਕੇ ਉਸ ਦੇ ਉੱਪਰ ਲਿਖਿਆ ਜਾਂਦਾ। ਹਾਂਜੀ, ਵੱਖ-ਵੱਖ ਪੱਧਰਾਂ ਦੇ ਉੱਪਰ ਲਿਖਣਾ। ਰਚਨਾ ਦਾ ਅਰਥ ਹੈ ਆਪਣੇ ਭਾਵਾਂ ਨੂੰ ਸ਼ਬਦਾਂ ਦੁਆਰਾ ਪ੍ਰਗਟਾਉਣਾ। ਹੁਣ ਦੇਖੋ ਜੀ, ਰਚਨਾ ਦਾ ਮਤਲਬ ਕੀ ਹੁੰਦਾ? ਆਪਣੇ ਭਾਵਾਂ ਨੂੰ ਸ਼ਬਦਾਂ ਦੇ ਦੁਆਰਾ ਪ੍ਰਗਟ ਕਰਨਾ। ਪ੍ਰਾਇਮਰੀ ਪੱਧਰ ਤੇ ਲਿਖਤ ਰਚਨਾ ਦੇ ਵਿਸ਼ੇ ਕਿਹੜੇ ਹੋਣੇ ਚਾਹੀਦੇ ਆ? ਸਰਲ ਤੇ ਸੌਖੇ ਵਾਕ ਬਣਾਉਣੇ, ਇਹ ਪ੍ਰਾਇਮਰੀ ਪੱਧਰ ਤੇ ਆ। ਅਪੂਰਨ ਵਾਕਾਂ ਵਿੱਚ ਖਾਲੀ ਥਾਂ ਭਰਨਾ, ਇਹ ਪ੍ਰਾਇਮਰੀ ਪੱਧਰ ਦੇ ਨਾਲ ਸੰਬੰਧਿਤ ਆ ਲਿਖਣ ਕੌਸ਼ਲ ਦੇ ਅਭਿਆਸ। ਸਧਾਰਨ ਪ੍ਰਸ਼ਨਾਂ ਦੇ ਉੱਤਰ, ਸਧਾਰਨ ਵਾਰਤਾਲਾਪ, ਘਰੇਲੂ ਮੁਹਾਵਰਿਆਂ ਦੀ ਵਰਤੋਂ, ਆਸ-ਪਾਸ ਦੀਆਂ ਵਸਤੂਆਂ ਬਾਰੇ ਦੱਸਿਆ ਜਾਂਦਾ। ਸਭ ਤੋਂ ਪਹਿਲਾਂ ਬੱਚੇ ਨੂੰ ਜਦੋਂ ਲਿਖਣਾ ਸਿਖਾਇਆ ਜਾਂਦਾ, ਉਹਨੂੰ ਕੀ ਆਪਾਂ ਤੁਸੀਂ ਦੇਖ ਲਓ, ਸਰੀਰ ਦੇ ਅੰਗਾਂ ਦੇ ਨਾਮ, ਉਸ ਤੋਂ ਬਾਅਦ ਆਪਾਂ ਕੀ ਫਲਾਂ ਫਰੂਟਾਂ ਦੇ ਨਾਮ, ਕਿਉਂਕਿ ਬੱਚੇ ਦਾ ਇੰਟਰਸਟ ਉਹਨਾਂ ਚੀਜ਼ਾਂ ਦੇ ਵਿੱਚ ਹੁੰਦਾ। ਹਾਂ, ਚਿੱਤਰ ਵਰਣਨ, ਡਾਇਰੀ ਲਿਖਣਾ ਆਰੰਭਿਕ ਦੇ ਵਿੱਚ ਹੋ ਸਕਦਾ, ਕੋਈ ਦਿੱਕਤ ਨਹੀਂ। ਬੱਚਾ ਛੋਟਾ ਹੈ ਜਿਹੜਾ, ਉਹ ਮੰਨ ਲਓ ਤੀਜੀ ਚੌਥੀ ਆਰੰਭਿਕ ਸ਼੍ਰੇਣੀਆਂ ਹੀ, ਤੀਜੀ ਚੌਥੀ ਪੰਜਵੀਂ, ਉਹਦੇ ਵਿੱਚ ਬੱਚਾ ਡਾਇਰੀ ਲਿਖ ਸਕਦਾ, ਕੋਈ ਦਿੱਕਤ ਨਹੀਂ, ਕੋਈ ਦੋ ਰਾਏ ਨਹੀਂ। ਅਨੁਭਵ ਦੇ ਆਧਾਰ ਤੇ ਬਿਆਨ ਕਰਨਾ, ਇਹ ਵੀ ਹੋ ਸਕਦਾ ਹੈ। ਯਾਤਰਾ, ਦ੍ਰਿਸ਼, ਘਟਨਾਵਾਂ ਦਾ ਵਰਣਨ, ਸਧਾਰਨ ਪੱਤਰ, ਕਹਾਣੀ ਜਾਂ ਲੇਖ ਸਾਰੰਸ਼, ਕਾਲਪਨਿਕ ਵਰਣਨ ਕਰਨਾ, ਜੇ ਮੈਂ ਪ੍ਰਧਾਨ ਮੰਤਰੀ ਹੁੰਦਾ, ਆਰੰਭਿਕ ਸ਼੍ਰੇਣੀਆਂ ਦੇ ਨਾਲ ਸੰਬੰਧਿਤ ਹੈ। ਹਾਂ, ਖੇਡਾਂ ਦਾ ਵਰਣਨ, ਹਾਕੀ, ਫੁੱਟਬਾਲ ਮੈਚ ਦਾ ਹਾਲ ਦੱਸਣਾ। ਮਿਡਲ ਤੇ ਉੱਚ ਪੱਧਰ ਤੇ ਲੇਖ ਰਚਨਾ ਕਿਹੜੀਆਂ ਹੋਣਗੀਆਂ? ਕਹਾਣੀ ਵਰਣਨ, ਘਟਨਾ ਦਾ ਵਰਣਨ ਕਰਨਾ ਕਿਸੇ ਦਾ, ਇਹ ਚੀਜ਼ਾਂ ਜਿਹੜੀਆਂ। ਦੈਨਿਕ ਪੱਤਰ, ਸੱਦਾ ਪੱਤਰ ਹੋਇਆ, ਕੋਈ ਬਿਨੈ ਪੱਤਰ, ਕੋਈ ਸੂਚਨਾ ਵਾਲਾ ਪੱਤਰ, ਵਿਵਹਾਰਿਕ ਅਤੇ ਸਰਕਾਰੀ ਪੱਤਰ ਜਿਹੜੇ ਹੁੰਦੇ ਆ, ਇਹ ਸਾਰੇ ਆਪਾਂ ਲਿਖਣ ਕੌਸ਼ਲ ਦੇ ਵਿੱਚ ਮਿਡਲ ਤੇ ਉੱਚ ਪੱਧਰ ਸ਼੍ਰੇਣੀਆਂ ਦੇ ਨਾਲ ਸੰਬੰਧ ਰੱਖਦੇ ਆ। ਸੰਵਾਦ ਰਚਨਾ, ਭਾਸ਼ਾ ਦਾ ਅਨੁਵਾਦ, ਕਿਸੇ ਇੱਕ ਭਾਸ਼ਾ ਤੋਂ ਇੱਕ ਭਾਸ਼ਾ ਦੇ ਵਿੱਚ ਕੋਈ ਰਚਨਾ ਦਾ ਦੂਸਰੀ ਭਾਸ਼ਾ ਦੇ ਵਿੱਚ ਅਨੁਵਾਦ ਕਰਨਾ। ਵਿਵਰਣਿਕ ਲੇਖ, ਜਿਵੇਂ ਕਿਹੜੇ ਸੈਰ, ਜੀਵਨੀ, ਦੁਰਘਟਨਾ। ਵਿਚਾਰਾਤਮਕ ਲੇਖ, ਜਿਵੇਂ ਬੇਕਾਰੀ, ਦਾਜ ਦੀ ਸਮੱਸਿਆ। ਇਹ ਹੈ ਜਿਹੜੇ ਲੇਖ ਆਪਾਂ ਮਿਡਲ ਤੇ ਉੱਚ ਪੱਧਰ ਸ਼੍ਰੇਣੀਆਂ ਤੇ ਰੱਖਦੇ ਹਾਂ। ਲਓ ਜੀ, ਲਿਖਣ ਕੌਸ਼ਲ ਦਾ ਵਿਕਾਸ ਆਪਣਾ ਪੂਰਾ ਹੋ ਗਿਆ। ਛਿੱਟ-ਪੁੱਟ ਟੌਪਿਕ ਹੈ ਜਿਹੜੇ ਅੱਗੇ ਹੋਰ ਕਾਮਨ ਆ ਜਿਹੜੇ ਲੈਵਲ 1 ਤੇ ਲੈਵਲ 2 ਵਾਲੇ, ਉਹ ਆਪਾਂ 2-4 ਹੋਰ ਰਹਿ ਗਏ। ਉਸ ਤੋਂ ਬਾਅਦ ਤੁਹਾਡੀਆਂ ਵੱਖਰੀਆਂ ਸ਼੍ਰੇਣੀਆਂ ਤੁਹਾਨੂੰ ਐਪ ਦੇ ਵਿੱਚ ਮਿਲ ਜਾਣਗੀਆਂ, ਅੱਡ ਲੈਵਲ 1 ਭਾਸ਼ਾ 1, ਲੈਵਲ 2 ਭਾਸ਼ਾ 2, ਇਸ ਤਰ੍ਹਾਂ ਕਰਕੇ ਲੈਵਲ 1 ਦੇ ਵਿੱਚ ਭਾਸ਼ਾ 1 ਤੇ ਭਾਸ਼ਾ 2, ਲੈਵਲ 2 ਦੇ ਵਿੱਚ ਭਾਸ਼ਾ 1 ਤੇ ਭਾਸ਼ਾ 2। ਤੁਹਾਡੀ ਮਰਜ਼ੀ ਹੈ, ਜੋ ਤੁਸੀਂ ਮਰਜ਼ੀ ਦੇਖਿਓ ਉਹਦੇ ਵਿੱਚੋਂ ਉਸ ਦੀ ਜਿਹੜੀ ਸ਼੍ਰੇਣੀਆਂ ਬਣਾ ਦਿੱਤੀਆਂ ਜਾਣਗੀਆਂ। ਸਭ ਤੋਂ ਪਹਿਲਾਂ ਕਾਮਨ ਟੌਪਿਕ ਕਰਵਾ ਰਿਹਾ ਮੈਂ ਸਾਰੇ। ਮਿਲਦੇ ਹਾਂ ਜੀ ਜਲਦੀ। ਸਤਿ ਸ੍ਰੀ ਅਕਾਲ।